ਦੋਸਤੋ ਤੁਹਾਡਾ ਬੁਲੰਦ ਕੇਸਰੀ ਟੀਵੀ ਤੇ ਸਵਾਗਤ ਹੈ। ਅੱਜ ਦੇ ਸਮੇਂ ਦੇ ਵਿੱਚ ਇੱਕ ਜਿਹੜੀ ਦਿੱਕਤ ਆ ਰਹੀ ਹੈ ਉਹ ਹੈ ਮੈਂਟਲ ਹੈਲਥ ਨੂੰ ਲੈ ਕੇ। ਸਾਡੇ ਬੱਚੇ ਬਾਹਰ ਜਾਣ ਨੂੰ ਬਹੁਤ ਕਾਹਲੇ ਨੇ, ਬਾਹਰ ਡਾਲਰਾਂ ਦਾ ਮੀਂਹ ਵਰ ਰਿਹਾ ਜਿਵੇਂ, ਲੇਕਿਨ ਬਾਹਰ ਜਾ ਕੇ ਕੀ ਦਿੱਕਤਾਂ ਪਰੇਸ਼ਾਨੀਆਂ ਆ ਰਹੇ ਹੈ, ਬਾਹਰ ਸਾਡੇ ਬੱਚਿਆਂ ਦੇ ਉੱਤੇ ਕਿਸ ਤਰੀਕੇ ਦਾ ਬੋਝ ਵੱਧ ਰਿਹਾ ਹੈ। ਸਾਡੇ ਬੱਚੇ ਆਪਾਂ ਅੱਜ ਕੱਲ੍ਹ ਬਹੁਤ ਖਬਰਾਂ ਆ ਰਹੀਆਂ ਕਿ ਬਾਹਰ ਜਾਂਦੇ ਹੀ ਉਹਨਾਂ ਨੂੰ ਕਈਆਂ ਨੂੰ ਹਾਰਟ ਅਟੈਕ ਹੋ ਰਹੇ ਨੇ, ਕਈ ਮਾਨਸਿਕ ਤਣਾਅ ਦੇ ਵਿੱਚ ਖੁਦਕੁਸ਼ੀਆਂ ਕਰ ਰਹੇ ਨੇ। ਸਾਡੇ ਨਾਲ ਅੱਜ ਆਸਟ੍ਰੇਲੀਆ ਤੋਂ ਆਏ ਨੇ ਮਿਸਟਰ ਜਿਮੀ ਹੈਗੇ ਨੇ। ਜਿਮੀ ਮਹਿਤਾ ਆਸਟ੍ਰੇਲੀਆ ਦੇ ਵਿੱਚ ਤਕਰੀਬਨ ਪਿਛਲੇ 10-15 ਸਾਲਾਂ ਤੋਂ ਮੈਂਟਲ ਹੈਲਥ ਨਾਲ ਰਿਲੇਟਿਡ ਜੋਬ ਵੀ ਕਰ ਰਹੇ ਨੇ ਤੇ ਮੈਂਟਲ ਹੈਲਥ ਨਾਲ ਰਿਲੇਟਿਡ ਇਹਨਾਂ ਨੇ ਕੋਰਸ ਕੀਤੇ ਨੇ। ਆਪਾਂ ਇਹਨਾਂ ਨਾਲ ਗੱਲਬਾਤ ਕਰਦੇ ਹਾਂ। ਜਿਮੀ ਜੀ, ਤੁਹਾਡਾ ਬੁਲੰਦ ਕੇਸਰੀ ਤੇ ਸਵਾਗਤ ਹੈ। ਬੁਲੰਦ ਜੀ, ਤੁਹਾਡਾ ਬਹੁਤ ਬਹੁਤ ਧੰਨਵਾਦ ਜੀ ਮੈਨੂੰ ਇਹ ਓਪਰਚੁਨਿਟੀ ਦੇਣ ਵਾਸਤੇ, ਤਾਂ ਕਿ ਮੈਂ ਤੁਹਾਡੀ ਮਦਦ ਕਰ ਸਕਾਂ ਇਸ ਚੀਜ਼ ਬਾਰੇ। ਜਿਮੀ ਜੀ, ਇੱਕ ਗੱਲ ਦੱਸੋ ਕਿ ਤੁਸੀਂ ਮੈਂਟਲ ਹੈਲਥ ਨਾਲ ਰਿਲੇਟਿਡ ਉੱਥੇ ਪੜ੍ਹਾਈ ਵੀ ਕੀਤੀ ਹੈ, ਉੱਥੇ ਇਹਦੇ ਨਾਲ ਰਿਲੇਟਿਡ ਜੋਬ ਵੀ ਕਰ ਰਹੇ ਹੋ। ਮੈਂਟਲ ਹੈਲਥ ਨੂੰ ਲੈ ਕੇ ਕੀ ਤੁਸੀਂ ਨਵਾਂ ਸੋਚਦੇ ਹੋ ਕਿ ਅੱਜ ਦੇ ਸਮੇਂ ਦੇ ਵਿੱਚ ਜਿਹੜੇ ਸਾਡੇ ਬੱਚੇ ਬਾਹਰ ਜਾਂਦੇ ਨੇ ਉਹਨਾਂ ਨੂੰ ਕਿਵੇਂ ਦੀ ਮੈਂਟਲ ਹੈਲਥ ਦੀ ਪ੍ਰੋਬਲਮ ਆ ਰਹੀ ਹੈ? ਜੀ, ਮੈਂ ਤੁਹਾਨੂੰ ਕਹਿਣਾ ਚਾਹਾਂ ਕਿ ਮੈਂ ਜੋ ਨੋਟਿਸ ਕੀਤਾ ਇੰਨੇ ਸਾਲਾਂ ਦੇ ਵਿੱਚ, ਸਾਡੇ ਸਟੂਡੈਂਟ ਬੱਚੇ ਆਉਂਦੇ ਪਹਿਲਾਂ ਆ ਕੇ ਨਰਵਸ ਹੋ ਜਾਂਦੇ ਜੋਬ ਲੱਭਣ ਦੇ ਵਿੱਚ। ਠੀਕ ਹੈ, ਜਦੋਂ ਉਹਨੂੰ ਪਤਾ ਲੱਗਦਾ ਹੈ ਕਿ ਜੋਬ ਜੇ ਕੰਪੀਟੀਸ਼ਨ ਬਹੁਤ ਜ਼ਿਆਦਾ ਹੈ, ਉਹ ਨਰਵਸ ਹੋ ਜਾਂਦੇ ਹੈ, ਉਹਨਾਂ ਨੂੰ ਜੋਬ ਲੱਭ ਨਹੀਂ ਪਾਉਂਦੇ। ਉਹ ਜਦੋਂ ਜੋਬ ਮਿਲ ਜਾਂਦੀ ਹੈ ਤਾਂ ਉਹਨਾਂ ਨੂੰ ਕੀ ਪ੍ਰੈਸ਼ਰਾਈਜ਼ ਕੀਤਾ ਜਾਂਦਾ, ਓਵਰਲੋਡ ਕੰਮ ਦਿੱਤਾ ਜਾਂਦਾ ਹੈ, ਜਿਹੜਾ ਕਿ ਉਹਨਾਂ ਦੀ ਮੈਂਟਲ ਹੈਲਥ ਵਾਸਤੇ ਨਹੀਂ ਸਹੀ ਹੈਗਾ। ਉਹਨਾਂ ਨੂੰ ਇਹ ਨਹੀਂ ਪਤਾ ਕਿ ਅਗਰ ਤੁਹਾਡਾ ਇੱਦਾਂ ਦਾ ਕੋਈ, ਅਗਰ ਤੁਹਾਡੇ ਜੋਬ 'ਤੇ ਤੁਹਾਡਾ ਇੱਥੇ ਗਲਤ ਬਿਹੇਵ ਕਰਦਾ ਜਾਂ ਤੁਹਾਨੂੰ ਪ੍ਰੈਸ਼ਰਾਈਜ਼ ਕਰਦਾ ਹੈ ਜਾਂ ਕਿਸੇ ਟਾਈਪ ਦਾ ਡਿਸਕ੍ਰਿਮੀਨੇਸ਼ਨ ਕਰ ਰਿਹਾ ਹੈ, ਉੱਥੇ ਬਹੁਤ ਸਾਰੀ ਹੈਲਪਲਾਈਨਸ ਹੈਗੀਆਂ ਜਿਹੜੀਆਂ ਕਿ ਉਹਨਾਂ ਨੂੰ ਸਪੋਰਟ ਵਾਸਤੇ ਹੈ। ਉਹਨਾਂ ਨੂੰ ਅਗਰ ਪੇ ਘੱਟ ਦਿੱਤੀ ਜਾ ਰਹੀ ਹੈ, ਇਨਕਮ ਨਹੀਂ ਬਣ ਰਹੀ ਉਹਨਾਂ ਦੀ, ਉਹ ਕੰਪਲੇਂਟ ਕਰ ਸਕਦੇ ਫੇਅਰਵਰਕ ਆਸਟ੍ਰੇਲੀਆ ਦੇ ਵਿੱਚ। ਉਹਨਾਂ ਨੂੰ ਨੰਬਰ 2, ਉਹਨਾਂ ਨੂੰ ਕੈਸ਼ ਇਨ ਹੈਂਡ ਕੰਮ ਨਹੀਂ ਕਰਨਾ ਚਾਹੀਦਾ। ਤੁਸੀਂ ਆਪਣਾ ਟੈਕਸ ਦੇ ਉੱਪਰ ਕੰਮ ਕਰੋ, ਆਪਣਾ ਪ੍ਰੋਪਰ ਰਾਈਟ ਕੰਮ ਕਰੋ। ਤੁਹਾਡੇ ਨਾਲ ਪ੍ਰੋਪਰ ਗਵਰਨਮੈਂਟ ਦੀ ਸਪੋਰਟ ਹੈ, ਵੈਦਰ ਤੁਸੀਂ PR ਹੈਗੇ ਹੋ, ਸਟੂਡੈਂਟ ਹੋ, ਜਾਂ ਤੁਸੀਂ ਕਿਸੇ ਵੀ ਹੋਰ ਵਰਕ ਪਰਮਿਟ ਵੀਜ਼ੇ 'ਤੇ ਹੋ, ਤੁਹਾਡਾ ਪੂਰਾ ਰਾਈਟ ਹੈ ਕਿ ਤੁਸੀਂ ਆਪਣੇ ਹੱਕ ਦੀ ਪ੍ਰੋਪਰ ਵਰਤੋਂ ਕਰੋ। ਜਿਵੇਂ ਕਿ ਇਹ ਵੀ ਦੱਸੋ ਕਿ ਜਿਹੜੇ ਸਾਡੇ ਬੱਚੇ ਬਾਹਰ ਜਾਂਦੇ ਆ, ਇਹ ਵੀ ਦੇਖਿਆ ਜਾਂਦਾ ਕਿ ਉਹਨਾਂ ਨੂੰ ਐਸੀ ਡਾਲਰਾਂ ਦੀ ਭੁੱਖ ਹੁੰਦੀ ਕਿ ਉਹ ਪੜ੍ਹਨ ਜਾਂਦੇ ਹੀ ਨਹੀਂ, ਜਾਂਦੇ ਇੱਥੋਂ ਸਟੱਡੀ ਵੀਜ਼ੇ 'ਤੇ ਜਾਂਦੇ ਕੰਮ ਲੱਭਣਾ ਸ਼ੁਰੂ ਕਰ ਦਿੰਦੇ ਨੇ, ਚਾਹੇ ਉਹਨਾਂ ਨੂੰ ਵਰਕ ਰਾਈਟ ਮੇਰੇ ਖਿਆਲ 40 ਘੰਟੇ ਪਰ ਵੀਕ ਦੇ ਮਿਲੇ ਹੋਣ, ਪਰ ਉਹਨਾਂ ਦੀ ਕੋਸ਼ਿਸ਼ ਹੁੰਦੀ ਕਿ ਦਿਨ ਰਾਤ ਇੱਕ ਕਰਕੇ ਅਸੀਂ ਡਾਲਰ ਕਮਾ ਲਈਏ, ਆਪਣੀ ਸਟੱਡੀ ਵੱਲ ਧਿਆਨ ਨਹੀਂ ਦਿੰਦੇ। ਉਹ ਵੀ ਇੱਕ ਮੈਂਟਲ ਪ੍ਰੋਬਲਮ ਨੂੰ ਜਨਮ ਦਿੰਦੀ ਹੈ। ਬਿਲਕੁਲ ਸੱਚ ਹੈ ਸਰ ਇਹ ਗੱਲ ਕਿ ਹੁਣ ਤਾਂ ਆਸਟ੍ਰੇਲੀਅਨ ਗਵਰਨਮੈਂਟ ਨੇ ਇੱਕ ਨਵਾਂ ਕਹਿੰਦੇ ਚੇਂਜ ਕਰ ਦਿੱਤਾ ਲਾਅ ਕਿ ਤੁਸੀਂ ਕੰਮ ਕਰ ਸਕਦੇ ਹੋ ਜ਼ਿਆਦਾ ਆਵਰਸ, ਕਿਉਂਕਿ ਡਿਊਰਿੰਗ ਕੋਵਿਡ ਜਿਹੜੇ ਆ ਇੰਟਰਨੈਸ਼ਨਲ ਸਟੂਡੈਂਟਸ ਨੇ ਬਹੁਤ ਜ਼ਿਆਦਾ ਹੈਲਪ ਕੀਤੀ ਹੈ। ਇਹਨਾਂ ਬੱਚਿਆਂ ਨੇ ਦਿਨ ਰਾਤ ਇੱਕ ਕਰਕੇ ਜੋਬਾਂ 'ਤੇ ਗਏ ਜਿੱਥੇ ਕਿ ਉੱਥੋਂ ਦੇ ਸਿਟੀਜ਼ਨ ਲੋਕ ਕੰਮ 'ਤੇ ਨਹੀਂ ਜਾ ਰਹੇ ਸੀਗੇ। ਇਹਨਾਂ ਬੱਚਿਆਂ ਨੂੰ ਐਕਸਟਰਾ ਮਨੀ ਪੈਸਿਆਂ ਵਾਸਤੇ ਇਹਨਾਂ ਲੋਕਾਂ ਨੇ ਆਪਣੀ ਲਾਈਫ ਨੂੰ ਵੀ ਰਿਸਕ ਪਾ ਕੇ ਦਿਨ ਰਾਤ ਮਿਹਨਤ ਕੀਤੀ। ਇਹਨਾਂ ਨੇ ਪ੍ਰੂਵ ਕੀਤਾ ਕਿ ਹਾਰਡ ਵਰਕਰ ਬੱਚੇ ਆ। ਪਰ ਐਂਡ ਆਫ ਦਾ ਡੇ ਪਰ ਦੇਖਿਆ ਜਾਏ ਤਾਂ ਦੇਖੋ ਹਾਰਡ ਵਰਕ ਵੀ ਬਹੁਤ ਜ਼ਰੂਰੀ ਹੈ ਸੈਟਲਮੈਂਟ ਲਈ ਲਾਈਫ ਦੇ ਵਿੱਚ, ਮੈਂ ਐਗਰੀ ਹਾਂ, ਪਰ ਤੁਹਾਡੇ ਆਪਣਾ ਮੈਂਟਲ ਹੈਲਥ ਬਹੁਤ ਜ਼ਿਆਦਾ ਜ਼ਰੂਰੀ ਹੈ। ਤੁਸੀਂ ਇੰਨਾ ਟੂ ਮਚ ਪ੍ਰੈਸ਼ਰ ਨਾ ਲਓ ਆਪਣਾ। ਜੇ ਤੁਹਾਨੂੰ 20 ਆਵਰ ਦੇ ਵਿੱਚ ਤੁਸੀਂ ਲੀਗਲ ਜੋਬ ਕਰਦੇ ਹੋ, ਤੁਹਾਡੀ ਬੇਸਿਕ ਪੇ ਜਿਹੜੀ ਉਹ 25 ਤੋਂ 26, 28, 30 ਡਾਲਰ ਵੀ ਹੋ ਸਕਦੀ ਹੈ। ਠੀਕ ਹੈ ਨਾ, ਪਰ ਤੁਸੀਂ ਦੇਖੋ ਕਿ ਅਗਰ ਤੁਸੀਂ ਕੈਸ਼ ਕੰਮ ਕਰਦੇ ਹੋ, ਤੁਸੀਂ 15 ਡਾਲਰ ਤੇ 16 ਡਾਲਰ ਤੇ ਕੰਮ ਕਰ ਰਹੇ ਹੋ, ਫਿਰ ਤੁਹਾਨੂੰ ਓਵਰਲੋਡ 2 ਬੰਦਿਆਂ ਦਾ ਕੰਮ ਦਿੱਤਾ ਜਾ ਰਿਹਾ, ਤੁਸੀਂ ਨਾ ਆਪਣੀ ਪੜ੍ਹਾਈ ਕਰ ਪਾ ਰਹੇ ਹੋ, ਨਾ ਆਪਣੇ ਪੇਰੈਂਟਸ ਨੂੰ ਦੱਸ ਸਕਦੇ ਹੋ। ਪਰ ਇਹਨਾਂ ਚੀਜ਼ਾਂ ਦੇ ਦੌਰਾਨ ਤੁਹਾਨੂੰ ਇਹ ਪਤਾ ਹੋਣਾ ਚਾਹੀਦਾ ਕਿ ਤੁਹਾਡੇ ਇੱਕ ਲੀਗਲ ਰਾਈਟ ਹੈ ਐਜ਼ ਅ ਸਟੂਡੈਂਟ, ਤੁਹਾਡਾ ਇੱਕ ਲੀਗਲ ਰਾਈਟ ਹੈ ਐਜ਼ ਅ ਹਿਊਮਨ ਬੀਇੰਗ, ਕਿ ਤੁਹਾਡੀ ਮੈਂਟਲ ਹੈਲਥ ਜਿਹੜੀ ਹੈ ਨਾ ਉਹ ਬਹੁਤ ਜ਼ਿਆਦਾ ਜ਼ਰੂਰੀ ਹੈ। ਤੁਸੀਂ ਇਹ ਨਾ ਸੋਚੋ ਕਿ ਮੈਂ ਪੈਸੇ ਕਮਾਣੇ ਹੈ, ਮੈਂ ਪੈਸੇ ਕਮਾ ਲਵਾਂ ਫਟਾਫਟ, ਮੈਂ ਇਹ ਕਰ ਲਵਾਂ, ਨਹੀਂ, ਇਹ ਜ਼ਰੂਰੀ ਨਹੀਂ ਹੈ। ਕਿਉਂਕਿ ਬਹੁਤ ਦੇਖਣ 'ਚ ਆ ਰਿਹਾ ਹੈ ਕਿ ਸੁਸਾਈਡ ਕੇਸ ਬਹੁਤ ਜ਼ਿਆਦਾ ਵੱਧ ਰਹੇ ਆ ਬੱਚਿਆਂ ਦੇ ਉੱਪਰ। ਠੀਕ ਹੈ, ਮੈਂ ਉਹਦੇ ਤੇ ਆ ਰਿਹਾ ਹਾਂ ਕਿ ਕੈਨੇਡਾ ਦੇ ਸੁਸਾਈਡ ਕੇਸਿਸ ਦੇ ਬਾਰੇ ਤੇ ਅਕਸਰ ਖਬਰਾਂ ਆ ਰਹੀਆਂ, ਆਸਟ੍ਰੇਲੀਆ 'ਚ ਵੀ ਇਹੋ ਜਿਹੀ ਦਿੱਕਤ ਹੈ? ਸਰ ਮੈਂਟਲ ਹੈਲਥ ਦੇ ਸਟੂਡੈਂਟਸ ਦੇਖੇ ਗਏ ਕਿ ਉਹ ਬਹੁਤ ਜ਼ਿਆਦਾ ਪ੍ਰੈਸ਼ਰ ਕਰਕੇ ਉਹ ਆਪਣੀ ਕੇਅਰ ਨਹੀਂ ਕਰ ਪਾ ਰਹੇ, ਉਹ ਥੋੜੀ ਮੈਂਟਲੀ ਡਿਸਟਰਬ ਹੋ ਜਾਂਦੇ ਹੈ। ਚਲੋ ਮੈਡੀਕੇਸ਼ਨ ਆ ਰਹੀ ਹੈ ਥੋੜੀ ਦੇਰ ਲਈ, ਉਹ ਟੈਂਪਰੇਰੀ ਤੋਂ ਟਾਈਮ ਬਿੰਗ ਮੈਡੀਕੇਸ਼ਨ ਦੇ ਉੱਪਰ ਆਉਂਦੇ ਤਾਂ ਕਿ ਉਹਨਾਂ ਦੇ ਠੀਕ ਹੋ ਜਾਵੇ, ਪਰ ਇੱਕ ਜਿਹੜਾ 100% ਉਹ ਨਹੀਂ ਹੈਗਾ, ਆਪਾਂ ਆਊਟਕਮ ਨਹੀਂ ਕਹਿ ਸਕਦੇ। ਠੀਕ ਹੈ ਨਾ, ਆਊਟਕਮ ਕੀ ਹੈ ਕਿ ਤੁਸੀਂ ਅਗਰ ਤੁਹਾਨੂੰ ਲੱਗਦਾ ਹੈ ਕਿ ਟੂ ਮੱਚ ਹੈ, ਤੁਸੀਂ ਉਸ ਚੀਜ਼ ਨੂੰ ਸਟਾਪ ਕਰੋ। ਠੀਕ ਹੈ, ਤੁਸੀਂ ਆਪਣੀ ਤੁਹਾਨੂੰ ਗਵਰਨਮੈਂਟ ਵੱਲੋਂ ਈਵਨ ਜੋ ਤੁਸੀਂ ਸਟੂਡੈਂਟ ਵੀਜ਼ੇ 'ਤੇ ਹੋ, ਤੁਹਾਨੂੰ ਸਾਈਕੋਲੋਜਿਸਟ ਦੇ ਨਾਲ ਜਿਹੜੀਆਂ 4 ਕਿ 5 ਤੁਹਾਡੀਆਂ ਵਿਜ਼ਿਟ ਹੁੰਦੀਆਂ ਸਾਲ ਦੀਆਂ, ਉਹ ਫ੍ਰੀ ਹੁੰਦੀਆਂ। ਠੀਕ ਹੈ ਨਾ, ਤੁਸੀਂ ਉਹ ਸਪੋਰਟ ਲਓ ਆਪਣੀ। ਅੱਛਾ, ਇੱਕ ਮੈਨੂੰ ਹੋਰ ਗੱਲ ਦੱਸੋ ਕਿ ਜਿਹੜੇ ਬੱਚੇ ਉੱਥੇ ਹਜੇ ਕੱਚੇ ਨੇ, ਜਿਹੜੇ ਹਜੇ ਪੱਕੇ ਨਹੀਂ ਹੋਏ, ਤੇ ਜਿਹੜੇ
ਪੱਕੇ ਹੋ ਜਾਂਦੇ ਨੇ ਸਟੂਡੈਂਟਸ ਤੇ ਪੀਆਰ ਹੋ ਜਾਂਦੇ, ਉਹ ਦੋਵਾਂ ਦੇ ਵਿੱਚੋਂ ਜ਼ਿਆਦਾ ਮੈਂਟਲ ਪ੍ਰੋਬਲਮਸ, ਮੈਂਟਲ ਹੈਲਥ ਦੀਆਂ ਪ੍ਰੋਬਲਮਸ ਕਿਹਨਾਂ ਨੂੰ ਜ਼ਿਆਦਾ ਫੇਸ ਕਰਨੀਆਂ ਪੈਂਦੀਆਂ? ਸਰ ਮੈਂ ਕਹੂੰਗਾ ਕਿ ਸਟੂਡੈਂਟਸ ਨੂੰ ਜ਼ਿਆਦਾ ਫੇਸ ਕਰਨਾ ਪੈਂਦਾ ਹੈ, ਕਿਉਂਕਿ ਇੱਕ ਕੰਮ ਦਾ ਪ੍ਰੈਸ਼ਰ, ਇੱਕ ਸਟੱਡੀ ਦਾ ਪ੍ਰੈਸ਼ਰ, ਠੀਕ ਹੈ, ਇੱਕ ਉਹਨਾਂ ਨੂੰ ਹੁੰਦਾ ਕਿ ਆਪਾਂ ਪੇਰੈਂਟਸ ਤੋਂ ਪੈਸੇ ਮੰਗਾਏ ਆ ਤੇ ਅਸੀਂ ਆਪਣੇ ਆਪ ਨੂੰ ਕਾਮਯਾਬ ਕਰਨਾ ਵਾ, ਜਲਦੀ ਜਾ ਕੇ ਲੋਨ ਲਾਈਏ, ਹੈ ਨਾ? ਹਾਂਜੀ, ਲੋਨ ਲਾ ਦਈਏ, ਜਾ ਕੇ ਆਪਣੇ ਖਰਚੇ ਲਾ ਦਈਏ, ਘਰਦਿਆਂ ਨੂੰ ਪੈਸੇ ਦੀ ਮਦਦ ਕਰ ਦਈਏ, ਪਰ ਉਹ ਇਹ ਨਹੀਂ ਸੋਚਦੇ ਕਿ ਇਹਨਾਂ ਚੀਜ਼ਾਂ ਦੇ ਦੌਰਾਨ ਉਹ ਜਿਹੜਾ ਪ੍ਰੈਸ਼ਰ ਉਹਦੇ ਬ੍ਰੇਨ ਤੇ ਜ਼ਿਆਦਾ ਪੈਂਦਾ ਹੈ, ਉਹ ਰਾਈਟ ਡਿਸੀਜਨ ਨਹੀਂ ਲੈ ਪੈਂਦੇ, ਜਿਹੜਾ ਕਿ ਫਿਊਚਰ ਦੇ ਵਿੱਚ ਇਹ ਲੌਂਗ ਟਰਮ ਲਈ ਤੁਹਾਡੀ ਹੈਲਥ ਲਈ ਬਿਲਕੁਲ ਵੀ ਠੀਕ ਨਹੀਂ ਹੈ ਸਰ, ਇਹ ਮੇਰੇ ਅਕੋਰਡਿੰਗ। ਅੱਛਾ, ਇੱਕ ਇਹ ਗੱਲ ਦੱਸੋ ਕਿ ਜਿਹੜੇ ਚਾਹੇ ਉੱਥੇ ਦੇ ਰਹਿਣ ਵਾਲੇ ਨੇ ਜਾਂ ਜਿਹੜੇ ਇੱਥੇ ਦੇ ਜਾ ਕੇ ਸਟੂਡੈਂਟ ਉੱਥੇ ਜਾਂਦੇ ਨੇ, ਉਹਨਾਂ ਨੂੰ ਜਦੋਂ ਕੋਈ ਮੈਂਟਲ ਹੈਲਥ ਦੀ ਪ੍ਰੋਬਲਮ ਆਉਂਦੀ ਹੈ, ਫਿਰ ਉਹਨਾਂ ਨੂੰ ਕਿਵੇਂ ਉਹਦਾ ਉਪਚਾਰ ਕੀਤਾ ਜਾਂਦਾ ਹੈ, ਕਿਵੇਂ ਉਹਨਾਂ ਨੂੰ ਉੱਥੇ ਕਾਉਂਸਲਿੰਗ ਕੀਤੀ ਜਾਂਦੀ ਹੈ, ਉਹਦੇ ਬਾਰੇ ਥੋੜੀ ਜਾਣਕਾਰੀ ਦਿਓ। ਸੋ ਉਹਦੇ ਵਿੱਚ ਇਹ ਹੈ ਕਿ ਜਦੋਂ ਉਹਨਾਂ ਨੂੰ, ਜੇ ਮੈਂ ਦੇਖਿਆ ਵੀ ਕਿ ਮੈਂਟਲ ਹੈਲਥ ਜਦੋਂ ਪ੍ਰੋਬਲਮ ਆ ਜਾਂਦੀ ਹੈ ਜਾਂ ਮੈਂਟਲੀ ਸਟ੍ਰੈਸ ਹੋ ਜਾਂਦੇ ਬਹੁਤ ਜ਼ਿਆਦਾ, ਉਹ ਪੈਨਿਕ ਹੋ ਜਾਂਦੇ, ਨਰਵਸ ਹੋ ਜਾਂਦੇ, ਐਂਗਜ਼ਾਇਟੀ ਹੋਣ ਲੱਗ ਪੈਂਦੀ ਉਹਨਾਂ ਨੂੰ, ਕਿਉਂਕਿ ਇਹ ਲੌਂਗ ਟਰਮ ਇਸ਼ੂਜ਼ ਜਿਹੜੇ ਸਟਾਰਟ ਹੋ ਜਾਂਦੇ ਉਹਨਾਂ ਨੂੰ, ਠੀਕ ਹੈ। ਇਹਦੇ ਲਈ ਵੀ ਤੁਸੀਂ ਬਿਗਨਿੰਗ ਤੋਂ ਜੇ ਤੁਹਾਨੂੰ ਕੋਈ ਐਂਗਜ਼ਾਇਟੀ ਦੀ ਪ੍ਰੋਬਲਮ ਹੋਈ, ਤੁਸੀਂ ਹੈਂਡਲ ਨਹੀਂ ਕਰ ਪਾ ਰਹੇ, ਤੁਸੀਂ ਕਿਸੇ ਨੂੰ ਨਹੀਂ ਦੱਸ ਪਾ ਰਹੇ, ਤੁਸੀਂ ਆਪਣੇ ਜੀਪੀ ਕੋਲ ਜਾਓ, ਤੁਹਾਨੂੰ ਉੱਥੋਂ ਵਿਜ਼ਿਟਸ ਹੁੰਦੀਆਂ ਐਵੇਂ ਕਿ ਤੁਹਾਨੂੰ 50% ਜੀਪੀ ਤੋਂ ਫ੍ਰੀ ਮਿਲੇਗੀ ਸਪੋਰਟ, ਜਨਰਲ ਪ੍ਰੈਕਟੀਸ਼ਨਰ, ਤੁਹਾਡੇ ਜਿਹੜੇ ਡਾਕਟਰ ਹੈ, ਤੁਸੀਂ ਉਹਨਾਂ ਕੋਲ ਜਾ ਕੇ ਕੰਸਲਟ ਕਰੋ, ਉਹ ਤੁਹਾਨੂੰ ਗਾਈਡ ਕਰਨਗੇ। ਕਈ ਸਟੂਡੈਂਟਸ ਮੈਂ ਦੇਖੇ ਨੇ ਕਿ ਉਹਨਾਂ ਕੋਲ ਨਹੀਂ ਪੈਸੇ ਹੁੰਦੇ, ਗਵਰਨਮੈਂਟ ਫਿਰ ਵੀ ਉਹਨਾਂ ਨੂੰ ਸਪੋਰਟ ਕਰਦੀ ਹੈ, ਠੀਕ ਹੈ ਨਾ, ਕਿਉਂਕਿ ਐਂਡ ਆਫ ਦਾ ਡੇ ਜਿਹੜੀ ਹੈਲਥ ਕੇਅਰ ਦੇ ਵਿੱਚ ਕੀ ਹੈਗਾ ਕਿ ਪਹਿਲੀ ਜੋਬ ਹੈ ਡਿਊਟੀ ਆਫ ਕੇਅਰ। ਤੁਸੀਂ ਕੌਣ ਹੋ, ਤੁਸੀਂ ਕਿੱਥੋਂ ਆਏ ਹੋ, ਤੁਹਾਡੇ ਕੋਲ ਪੈਸੇ ਹੈ ਜਾਂ ਨਹੀਂ, ਇਹ ਬਾਅਦ ਮੈਟਰ ਹੈ, ਪਰ ਐਜ਼ ਅ ਹਿਊਮੈਨਿਟੀ ਦੇ ਬੇਸ ਤੇ ਆਪਾਂ ਕਹਿ ਸਕਦੇ ਕਿ ਡਿਊਟੀ ਆਫ ਕੇਅਰ ਜਿਹੜੀ ਆ ਉਹ ਪਹਿਲੀ ਜੌਬ ਹੈ, ਠੀਕ ਹੈ ਨਾ। ਤੁਹਾਡੀ ਮੈਂਟਲ ਹੈਲਥ ਜਿਹੜੀ ਹੈਲਥੀ ਲਾਈਫ ਸਟਾਈਲ ਹੋਣਾ ਬਹੁਤ ਜ਼ਿਆਦਾ ਜ਼ਰੂਰੀ ਹੈ, ਠੀਕ ਹੈ। ਤੁਸੀਂ ਕੰਸਲਟ ਕਰੋ, ਹੈਲਪ ਲਾਈਨਾਂ ਇੰਨੀਆਂ ਆ ਰਹੀਆਂ ਨੇ ਆਸਟ੍ਰੇਲੀਆ ਦੇ ਵਿੱਚ, ਤੁਸੀਂ ਉਹਨਾਂ ਹੈਲਪ ਲਾਈਨਾਂ ਤੇ ਕੰਸਲਟ ਕਰੋ, ਉਹਨਾਂ ਨੂੰ ਕੰਟੈਕਟ ਕਰੋ, ਤੁਹਾਨੂੰ ਕੋਈ ਦੱਸਣ ਦੀ ਲੋੜ ਨਹੀਂ, ਤੁਸੀਂ ਸਟੂਡੈਂਟ ਹੋ, ਉਹ ਅੱਧਾ ਘੰਟਾ ਕਾਉਂਸਲਿੰਗ ਤੁਹਾਨੂੰ ਡੇਲੀ ਦੇ ਸਕਦੇ ਆ, ਤੁਹਾਨੂੰ ਕੋਈ ਦੱਸਣ ਦੀ ਲੋੜ ਨਹੀਂ, ਤੁਸੀਂ ਕੌਣ ਹੋ, ਤੁਹਾਨੂੰ ਫੇਕ ਨਾਮ ਦਿਓ, ਬਸ ਇਹਨਾਂ ਦੱਸੋ ਕਿ ਮੈਂ ਮੈਂਟਲੀ ਪਰੇਸ਼ਾਨ ਆ, ਮੈਨੂੰ ਆਹ ਸੁਸਾਈਡਲ ਥੋਟ ਆ ਰਹੇ ਨੇ, ਜਾਂ ਮੈਂ ਹੈਂਡਲ ਨਹੀਂ ਕਰ ਪਾ ਰਿਹਾ ਸਿਚੁਏਸ਼ਨ, ਦੇ ਹੈਵ ਆਲਵੇਜ਼ ਲਾਈਨਸ ਓਪਨ ਫॉर ਯੂ ਟੂ ਹੈਲਪ, ਤੁਹਾਡੀ ਮਦਦ ਲਈ ਆਲਵੇਜ਼ ਓਪਨ ਹੈ ਜੀ ਲਾਈਨ। ਠੀਕ ਹੈ, ਇਹ ਵੀ ਦੱਸੋ, ਜੇਕਰ ਤੁਹਾਨੂੰ ਹੁਣ ਉੱਥੇ 15 ਸਾਲ ਦੇ ਕਰੀਬ ਹੋ ਗਏ ਨੇ ਆਸਟ੍ਰੇਲੀਆ ਦੇ ਵਿੱਚ, ਤੁਸੀਂ ਦੱਸੋ ਜਿਹੜੇ ਸਟੂਡੈਂਟਸ ਉੱਥੇ ਜਾ ਕੇ ਉੱਥੇ ਸੈਟਲ ਹੋਣ ਦੀ ਕੋਸ਼ਿਸ਼ ਕਰਦੇ ਨੇ ਜਾਂ ਉੱਥੇ ਪੱਕੇ ਹੋਣ ਦੀ ਕੋਸ਼ਿਸ਼ ਕਰਦੇ ਨੇ, ਕੀ ਉਹ ਕੋਈ ਇਲੀਗਲ ਰਸਤੇ ਅਪਣਾਉਂਦੇ ਨੇ ਕਿ ਜਿਸ ਕਰਕੇ ਡਿਸਟਰਬੈਂਸ ਆਉਂਦੀ ਹੈ ਸਾਰੇ ਪਾਸੇ? ਸਰ ਕੁਝ ਬੱਚੇ ਜਿਹੜੇ ਹੈ, ਮੈਂ ਇਹ ਕਹਾਂਗਾ ਕਿ ਦੇਖੋ ਹਰ ਕੋਈ ਜਿਹੜਾ ਆਪਣਾ ਘਰ ਛੱਡ ਕੇ ਫੋਰਨ ਕੰਟਰੀ ਜਾਂਦਾ, ਉਹ ਐਂਡ ਆਫ ਦ ਡੇ ਬੱਚਾ ਇਹ ਕਹਿੰਦਾ ਕਿ ਮੈਂ ਜੀ ਸੈਟਲ ਹੋ ਜਾਵਾਂ, ਮੈਂ ਆਪਣੀ ਫੈਮਿਲੀ ਨੂੰ ਸਪੋਰਟ ਕਰਾਂ, ਆਪਣੇ ਭਰਾਵਾਂ ਨੂੰ ਬੁਲਾਵਾਂ। ਕੁਝ ਬੱਚੇ ਜਿਹੜੇ ਕੰਮ ਦੇ ਵਿੱਚ ਇੰਨਾ ਜ਼ਿਆਦਾ ਉਹਨਾਂ ਦਾ ਰੁਝਾਨ ਹੋ ਜਾਂਦਾ ਹੈ ਕਿ ਉਹ ਕਾਲਜ ਦੀ ਕਲਾਸਾਂ ਮਿਸ ਕਰ ਜਾਂਦੇ ਆ, ਕਾਲਜ ਕਲਾਸਾਂ ਮਿਸ ਹੋ ਗਈਆਂ, ਕਾਲਜ ਨੋਟਿਸ ਭੇਜਦੇ ਆ, ਉਹਨਾਂ ਨੂੰ ਲੱਗਦਾ ਕਿ ਆਪਾਂ ਲੀਨੀਅੰਟ ਲੈ ਲੈਂਦੇ ਆ, ਫਿਰ ਉਹ ਜਾ ਕੀ ਕਰਦੇ, ਭੱਜ ਜਾਂਦੇ ਆ, ਕਿਉਂਕਿ ਆਸਟ੍ਰੇਲੀਆ ਵੱਡਾ, ਕਿਸੇ ਜਾ ਕੇ ਰਹਿ ਲੈਣਗੇ, ਪਰ ਉਹਦਾ ਫਾਇਦਾ ਨਹੀਂ। ਦੇਖੋ ਤੁਸੀਂ ਡਰ ਦੇ ਨਾਲ ਜ਼ਿੰਦਗੀ ਬਤੀਤ ਨਹੀਂ ਕਰ ਸਕਦੇ, ਠੀਕ ਹੈ ਨਾ। ਤੁਸੀਂ ਇੱਕ ਲੀਗਲ ਕੰਮ ਕਰੋ, ਆਪਣਾ ਧਿਆਨ ਰੱਖੋ, ਆਪਣੇ ਜੋ ਤੁਹਾਨੂੰ ਰਾਈਟ ਆ ਉਹ ਯੂਜ਼ ਕਰੋ, ਮਤਲਬ ਇੱਕ ਟਾਈਪ ਦੇ ਭਗੌੜੇ ਹੋ ਜਾਂਦੇ, ਭਗੌੜੇ, ਹਾਂਜੀ। ਫਿਰ ਤੁਸੀਂ ਜ਼ਿਆਦਾ ਟੈਨਸ਼ਨ ਵੱਧਦੀ, ਹਾਂਜੀ, ਉਹ ਬਿਲਕੁਲ ਸਰ, ਉਹ ਜ਼ਿਆਦਾ ਟੈਨਸ਼ਨ ਵੱਧ ਜਾਂਦੀ। ਤੁਸੀਂ ਲੁਕ ਕੇ ਬਾਹਰ ਜਾਣਾ, ਲੁਕ ਕੇ ਰਹਿਣਾ, ਉਹ ਸਮਾਜ ਦੇ ਵਿੱਚ ਤੁਹਾਡੇ ਲਈ ਅੱਛਾ ਨਹੀਂ ਹੈ, ਠੀਕ ਹੈ ਨਾ। ਤੁਸੀਂ ਸਟੋਰ 'ਚ ਕੁਝ ਲੈਣ ਜਾਣਾ ਵਾ, ਤੁਸੀਂ ਫਿਰ ਵੀ ਘਬਰਾ ਕੇ ਜਾ ਰਹੇ ਹੋ ਕਿ ਤੁਹਾਨੂੰ ਕੋਈ ਦੇਖ ਨਾ ਲਵੇ, ਤੁਸੀਂ ਡਰਾਈਵ ਨਹੀਂ ਕਰ ਸਕਦੇ ਕਿਉਂਕਿ ਜੇ ਤੁਸੀਂ ਲਾਇਸੈਂਸ ਹੀ ਨਹੀਂ ਹੈਗਾ, ਤੁਸੀਂ ਫੜੇ ਜਾਂਦੇ ਹੋ, ਜੋ ਕਿਸੇ ਨੂੰ ਹਿੱਟ ਕਰ ਦਿੰਦੇ ਹੋ, ਤਾਂ ਉਹਦੇ 'ਚ ਵੀ ਰਿਸਕ ਹੈ, ਦੇਖੋ ਨਾ, ਠੀਕ। ਉਹ ਤੁਹਾਡੇ ਲਈ ਵੀ ਅੱਛਾ ਨਹੀਂ ਹੈ ਤੇ ਦੂਸਰੇ ਬੰਦੇ ਲਈ ਵੀ ਅੱਛਾ ਨਹੀਂ ਹੈ। ਅਗਰ ਤੁਸੀਂ ਇਲੀਗਲ ਹੋ ਕੇ ਵੀ ਉੱਥੇ ਮੰਨ ਲਓ 2 ਸਾਲ ਰਹਿ ਲਿਓ, 4 ਸਾਲ ਰਹਿ ਲਿਓ, 5ਵੇਂ ਸਾਲ ਤਾਂ ਤੁਹਾਨੂੰ ਵਾਪਸ ਆਉਣਾ ਹੀ ਪੈਣਾ। ਅਸੀਂ ਉਹ ਰਸਤਾ ਕਿਉਂ ਨਾ ਚੁਣੀਏ ਜਿਹੜਾ ਕਿ ਤੁਹਾਨੂੰ ਐਂਡ ਆਫ ਦਾ ਡੇ ਤੁਹਾਨੂੰ ਅਚੀਵਮੈਂਟ ਦਿਵਾਵੇ, ਤਾਂ ਕਿ ਬਿਨਾਂ ਡਰ ਦੇ ਤੁਸੀਂ ਰਹਿ ਸਕੋ। ਜਿਹੜੇ ਸਟੂਡੈਂਟਸ ਉੱਥੇ ਜਾਂਦੇ ਨੇ ਪੜ੍ਹਨ, ਤੁਸੀਂ ਉਹਨਾਂ ਨੂੰ ਕੀ ਸੁਜੈਸਟ ਕਰਨਾ ਚਾਹੁੰਦੇ ਹੋ, ਕਿਵੇਂ ਉਹ ਵਧੀਆ ਤਰੀਕੇ ਦੇ ਨਾਲ, ਲੀਗਲੀ ਤਰੀਕੇ ਦੇ ਨਾਲ ਪੱਕੇ ਵੀ ਹੋ ਸਕਦੇ ਨੇ ਤੇ ਉੱਥੇ ਸੈਟਲ ਵੀ ਹੋ ਸਕਦੇ ਨੇ, ਕੀ ਕਰਨ ਉਹ? ਮੈਂ ਇਹ ਕਹਾਂਗਾ ਉਹਨਾਂ ਨੂੰ ਕਿ ਦੇਖੋ, ਨੰਬਰ 1, ਜੇ ਤੁਹਾਨੂੰ ਕੋਈ ਚੀਜ਼ ਦੀ ਨੌਲੇਜ ਨਹੀਂ ਹੈ, ਤੁਸੀਂ ਆਸਟ੍ਰੇਲੀਆ ਵੈਬਸਾਈਟ ਤੇ ਜਾਓ, ਉੱਥੇ ਜਾ ਕੇ ਆਪਣੇ ਰਾਈਟ ਪੜੋ, ਫੇਅਰ ਵਰਕ ਆਸਟ੍ਰੇਲੀਆ, ਜਿੱਥੇ ਜਾ ਕੇ ਤੁਸੀਂ, ਜੇ ਤੁਹਾਨੂੰ ਨਹੀਂ ਕੁਝ ਪਤਾ, ਤੁਸੀਂ ਉੱਥੇ ਆਪਣਾ ਪੜੋ, ਤੁਹਾਨੂੰ ਨਹੀਂ ਨੌਲੇਜ ਹੈ, ਤੁਸੀਂ ਡਾਇਲ ਤੇ ਨੰਬਰ ਤੇ ਕਾਲ ਕਰੋ, ਉਹਨਾਂ ਨੂੰ ਕੰਟੈਕਟ ਕਰੋ, ਆਪਣੇ ਲੀਗਲ ਰਾਈਟ ਦੇ ਬੇਸ ਦੇ ਉੱਪਰ ਤੁਸੀਂ ਆਪਣੀ ਐਜੂਕੇਸ਼ਨ ਨੂੰ ਕੰਟੀਨਿਊ ਕਰਦੇ ਹੋਏ ਆਪਣੇ ਗਿਵਨ ਆਵਰ ਦੇ ਵਿੱਚ ਤੁਸੀਂ ਉਹਨਾਂ ਘੰਟਿਆਂ ਦੇ ਵਿੱਚ ਕੰਮ ਕਰੋ, ਠੀਕ ਹੈ। ਜ਼ਰੂਰੀ ਨਹੀਂ ਹੈ ਕਿ ਜੇ ਤੁਸੀਂ ਕੈਸ਼ ਇਨ ਹੈਂਡ ਕੰਮ ਕਰਨਾ ਹੈ, ਤੁਸੀਂ ਟੈਕਸ ਦੇ ਉੱਪਰ ਕੰਮ ਕਰੋ, ਤੁਸੀਂ ਲੀਗਲ ਰਾਈਟ ਆ ਤੁਹਾਡੇ, ਜਦੋਂ ਆਪਾਂ ਕਹਿੰਦੇ ਕਿ ਸੁਪਰ ਐਨੂਏਸ਼ਨ ਹੈਗੀ ਹੈ, ਜਿਹਨੂੰ ਆਪਾਂ ਜੀਪੀ ਫੰਡ ਕਹਿੰਦੇ ਇੰਡੀਆ ਦੇ ਵਿੱਚ, ਉਹਦੇ ਪੈਸੇ ਵੀ ਇੰਪਲੋਇਰ ਵਿੱਚ ਪਾਉਂਦਾ ਜੇ ਤੁਸੀਂ ਲੀਗਲ ਕੰਮ ਕਰਦੇ ਹੋ, ਠੀਕ ਹੈ। ਦੂਸਰਾ ਕਿ ਤੁਹਾਡੇ ਕੋਲ ਪੂਰਾ ਰਾਈਟ ਹੈ, ਕੱਲ ਨੂੰ ਕੋਈ ਨਵੀਂ ਕੁਝ ਹੋ ਸਕਦਾ, ਤੁਸੀਂ ਦੱਸ ਸਕਦੇ ਹੋ ਗਵਰਨਮੈਂਟ ਨੂੰ ਕਿ ਮੈਂ ਜੀ ਪ੍ਰੋਪਰ ਕੰਮ ਕੀਤਾ ਹੈ, 20 ਘੰਟੇ ਦੀ ਮੇਰੀ ਐਲੀਜੀਬਿਲਟੀ ਹੈ ਤੇ ਮੈਂ 20 ਘੰਟੇ ਕੰਮ ਕੀਤਾ ਹੈ, ਮੈਂ, ਤੁਸੀਂ ਹੋਰ ਐਡਮਿਸ਼ਨ ਲਾ ਸਕਦੇ ਹੋ, ਕੁਝ ਹੋਰ ਪ੍ਰੋਸੈਸ ਅਪਣਾ ਸਕਦੇ ਹੋ। ਜੇ ਤੁਸੀਂ ਰਸਤਾ ਹੀ ਬਿਗਨਿੰਗ ਦੇ ਵਿੱਚ ਗਲਤ ਚੁਣਦੇ ਹੋ ਤਾਂ ਤੁਸੀਂ ਉਹਦਾ ਰਿਜ਼ਲਟ ਸਹੀ ਨਹੀਂ ਨਾ ਐਕਸੈਪਟ ਕਰ ਸਕਦੇ ਸਰ। ਫਿਰ ਜੀ ਇੱਕ ਮੈਨੂੰ ਇਹ ਦੱਸੋ, ਵਿਆਹ ਇੱਕ ਜ਼ਰੀਆ ਬਣ ਜਾਂਦਾ ਹੈ ਪੱਕਾ ਹੋਣ ਦਾ, ਜੀ,
ਆਪਣੇ ਸਟੂਡੈਂਟ ਉੱਥੇ ਜਾ ਕੇ ਜ਼ਰੂਰ ਕੋਈ ਨਾ ਕੋਈ ਪੱਕੀ ਕੁੜੀ ਲੱਭਦੇ ਹੋਣੇ ਜਾਂ ਪੱਕਾ ਮੁੰਡਾ ਲੱਭਦੇ ਹੋਣੇ ਕਿ ਛੇਤੀ ਪੱਕੇ ਹੋ ਜਾਈਏ। ਇਹ ਵਿਆਹ ਵਾਲਾ ਸੀਨ ਕੀ ਹੈ ਕਿ ਪੱਕੇ ਹੋਣ ਦਾ ਈਜ਼ੀ ਜ਼ਰੀਆ ਹੈ ਕਿ ਇਹਦੇ ਨਾਲ ਕੋਈ ਹੋਰ ਨਵੀਂ ਬੋਧਰੇਸ਼ਨ ਦਿਮਾਗ ਤੇ ਵੱਧਦੀ? ਸਰ ਬੋਧਰੇਸ਼ਨ ਵੱਧ ਸਕਦੀ ਹੈ ਜੀ। ਦੇਖੋ ਜੇ ਤੁਸੀਂ ਮੇਰਾ ਇਹ ਸੋਚ ਹੈ ਕਿ ਜੇ ਤੁਸੀਂ ਉਸ ਕੰਟਰੀ 'ਚ ਇੰਨੀ ਹਿੰਮਤ ਕਰਕੇ ਆਏ ਹੋ, ਠੀਕ ਹੈ, ਆਪਣਾ ਘਰ ਛੱਡ ਕੇ, ਤਾਂ ਤੁਸੀਂ ਵਿਆਹ ਵਾਲੇ ਪਾਸੇ ਨਾ ਜਾਓ, ਤੁਸੀਂ ਆਪਣੀ ਐਜੂਕੇਸ਼ਨ ਨੂੰ ਕੰਟੀਨਿਊ ਕਰੋ, ਠੀਕ ਹੈ ਨਾ। ਜੇ ਤੁਸੀਂ ਐਜੂਕੇਸ਼ਨ ਸਹੀ ਚੂਜ਼ ਕੀਤੀ ਹੈ, ਅਗਰ ਉਹ ਲਿਸਟ ਦੇ ਇਸ ਵਾਰ ਲਿਸਟ ਵਿੱਚ ਆਂਦੀ ਹੈ, ਠੀਕ ਹੈ ਨਾ, ਤੁਸੀਂ ਆਪਣੀ ਪੀਆਰ ਆਰਾਮ ਨਾਲ ਪਾ ਸਕਦੇ ਹੋ, ਠੀਕ ਹੈ। ਤੁਹਾਨੂੰ ਜਿਹੜਾ ਵਿਆਹ ਵਾਲੇ ਚੱਕਰਾਂ ਦੇ ਵਿੱਚ ਪੈਣਾ ਹੀ ਨਹੀਂ ਚਾਹੀਦਾ ਮੇਰੇ ਅਕੋਰਡਿੰਗ ਤਾਂ, ਠੀਕ ਹੈ। ਕੱਲ ਨੂੰ ਫਿਰ ਉਹ ਲੜਕੀ ਡਿਵੋਰਸ ਨਹੀਂ ਦਿੰਦੀ, ਤੁਸੀਂ ਪਰੇਸ਼ਾਨ ਹੋ ਜਾਂਦੇ ਹੋ। ਅਗੇਨ ਉਹੀ ਅਗਰ ਤੁਹਾਡਾ ਪਾਰਟਨਰ ਅੱਛਾ ਨਹੀਂ ਹੈ, ਤੁਸੀਂ ਉੱਥੇ ਜਾ ਕੇ ਪੈਸੇ ਦੇ ਕੇ ਮੈਰਿਜ ਕਰ ਲੈਂਦੇ ਹੋ, ਉਹ ਤੁਹਾਨੂੰ ਡਿਵੋਰਸ ਨਹੀਂ ਦੇ, ਇਹ ਵੀ ਇੱਕ ਅਨਦਰ ਰੀਜ਼ਨ ਹੈ ਸਰ, ਇੱਕ ਮੈਂਟਲ ਸਟ੍ਰੈਸ ਦਾ, ਠੀਕ ਹੈ ਨਾ। ਕਿ ਤੁਸੀਂ ਕਹਿੰਦੇ ਹੋ ਕਿ ਮੈਂ ਫਸ ਗਿਆ ਵਾਂ, ਫੈਮਿਲੀ ਨੂੰ ਪਤਾ ਨਹੀਂ ਹੈ, ਉਹਦਾ ਵੀ ਕੋਈ ਮੇਰੇ ਹਿਸਾਬ ਨਾਲ ਸਹੀ ਰਸਤਾ ਨਹੀਂ ਹੈ ਇਹ। ਜਿਵੇਂ ਮੈਂ ਆਖਰੀ ਕੁਐਸਚਨ ਇਹ ਪੁੱਛਣਾ ਚਾਹੁੰਦਾ ਹਾਂ ਕਿ ਤੁਸੀਂ ਇੱਕ ਗੱਲ ਦੱਸੋ ਕਿ ਆਪਣੇ ਪੰਜਾਬ ਦੇ ਵਿੱਚ, ਆਪਣੇ ਇੰਡੀਆ ਦੇ ਵਿੱਚ ਮੈਂਟਲ ਹੈਲਥ ਨੂੰ ਲੈ ਕੇ ਲੋਕ ਅਵੇਅਰ ਨਹੀਂ ਹੈਗੇ ਜੀ। ਇੱਥੇ ਦੇ ਲੋਕਾਂ ਨੂੰ ਤੁਸੀਂ ਕੀ ਸੁਜੈਸਟ ਕਰਦੇ ਹੋ ਕਿ ਉਹ ਡਿਪਰੈਸ਼ਨ ਤੋਂ ਬਚਣ ਦੇ ਲਈ, ਐਂਜ਼ਾਇਟੀ ਤੋਂ ਬਚਣ ਦੇ ਲਈ ਕੀ ਕਰਨ? ਸਰ ਮੈਂ ਇਹ ਕਹੂੰਗਾ ਕਿ ਅਗਰ ਤੁਹਾਨੂੰ ਡਿਪਰੈਸ਼ਨ ਦੀ ਪ੍ਰੋਬਲਮ ਹੈ, ਤੁਸੀਂ ਆਪਣੇ ਦੋਸਤਾਂ ਨਾਲ ਗੱਲ ਕਰੋ, ਆਪਣੇ ਪੇਰੈਂਟਸ ਨਾਲ ਗੱਲ ਕਰੋ। ਦੇਖੋ ਦੁਨੀਆ ਵਿੱਚ ਕੋਈ ਚੀਜ਼ ਇੱਦਾਂ ਦੀ ਜਿਹੜਾ ਸੋਲੂਸ਼ਨ ਨਹੀਂ ਹੈ, ਠੀਕ ਹੈ। ਜਦੋਂ ਤੁਸੀਂ ਇੱਕ ਚੀਜ਼ ਛੋਟੀ ਤੁਹਾਡੇ ਅੰਦਰ ਘਰ ਕਰ ਜਾਂਦੀ ਹੈ ਔਰ ਤੁਸੀਂ ਉਹਨੂੰ ਨਹੀਂ ਬਾਹਰ ਕੱਢਦੇ ਜਾਂ ਕਿਸੇ ਨਾਲ ਡਿਸਕਸ ਨਹੀਂ ਕਰਦੇ, ਤੁਸੀਂ ਆਪਣੀ ਅੰਦਰ ਬੈਟਲ ਕਰਦੇ ਹੋ ਚੀਜ਼ ਲਈ। ਮੈਨੂੰ ਲੱਗਦਾ ਨਸ਼ਿਆਂ ਦਾ ਵੀ ਇਹੀ ਕਾਰਨ ਹੈ। ਇਹੀ ਕਾਰਨ ਹੈ ਸਰ, ਕਿਉਂਕਿ ਦੇਖੋ ਨਾ ਸਾਡੀ ਸੋਸਾਇਟੀ ਜਿਹੜੀ ਨਾ ਬਹੁਤ ਜ਼ਿਆਦਾ ਮਟੀਰੀਅਲਿਸਟਿਕ ਹੈ ਅੱਜ ਦਾ ਜ਼ਮਾਨਾ, ਠੀਕ ਹੈ ਨਾ। ਫਲਾਣੇ ਕੋਲ ਆਪਾਂ ਉਹ ਵੀ ਅਚੀਵ ਕਰਨਾ, ਫਲਾਣੇ ਕੋਲ ਨਹੀਂ। ਤੁਸੀਂ ਕੱਲੇ ਘੋੜੇ ਬਣੋ ਆਪਣੀ ਜ਼ਿੰਦਗੀ ਵਿੱਚ, ਤੁਸੀਂ ਆਪਣੀ ਸਪੀਡ ਦੇ ਨਾਲ ਚੱਲੋ, ਤੁਹਾਨੂੰ ਕਿਸੇ ਦੇ ਨਾਲ ਰੇਸ ਲਾਉਣ ਦੀ ਲੋੜ ਨਹੀਂ ਹੈ, ਠੀਕ ਹੈ ਨਾ। ਜਦਕਿ ਮੈਂਟਲ ਹੈਲਥ ਦੀ ਪ੍ਰੋਬਲਮ ਤੁਸੀਂ ਆਪਣੇ ਦੋਸਤਾਂ ਨਾਲ ਡਿਸਕਸ ਕਰੋ। ਕਈ ਵਾਰੀ ਆਪਾਂ ਨਰਵਸ ਹੋ ਜਾਂਦੇ, ਘਬਰਾ ਜਾਂਦੇ ਆ, ਠੀਕ ਹੈ। ਉਹ ਚੀਜ਼ ਅਸੀਂ ਸੋਚਦੇ ਰਹਿੰਦੇ ਆ। ਐਂਡ ਆਫ ਦਾ ਡੇ ਦੇਖੋ ਇੱਕ ਗੱਡੀ ਹੈ, ਮੰਨ ਲਓ ਐਗਜ਼ਾਮਪਲ, ਉਹਦੀ ਮੋਟਰ ਨੂੰ ਤੁਸੀਂ ਰੇਸ ਦੇ ਕੇ ਖੜੀ ਕਰਕੇ ਮੋਟਰ ਨੂੰ ਰੇਸ ਦੇ ਹੀ ਜਾਓਗੇ, ਮੋਟਰ ਨੂੰ ਸਰਵਿਸ ਦੀ ਲੋੜ ਹੈ। ਇਸ ਤਰ੍ਹਾਂ ਸਾਡਾ ਬ੍ਰੇਨ ਹੈ, ਠੀਕ ਹੈ ਨਾ। ਸਾਡੇ ਬ੍ਰੇਨ ਨੂੰ ਵੀ ਰੈਸਟ ਦੀ ਲੋੜ ਹੈ। ਜੇ ਤੁਸੀਂ ਇਹਨੂੰ ਓਵਰ ਯੂਜ਼ ਕਰੋਗੇ, ਇੱਕ ਚੀਜ਼ ਦੇ ਉੱਪਰ ਸੋਚੀ ਜਾ ਰਹੇ ਹੋ, ਉਹ ਤੁਹਾਡੀ ਹੈਲਥ ਲਈ ਠੀਕ ਨਹੀਂ ਹੈ। ਫਿਰ ਇੱਕ ਸਟੇਜ ਤੇ ਆ ਕੇ ਕੀ ਹੁੰਦਾ ਹੈ ਕਿ ਤੁਸੀਂ ਇੱਕ ਰਾਈਟ ਤੇ ਰੋਂਗ ਡਿਸੀਜਨ ਦੇ ਉੱਪਰ ਨਹੀਂ ਕਰ ਪਾਉਂਦੇ। ਜਿਵੇਂ ਕਿ ਆਪਣੇ ਪੰਜਾਬ 'ਚ ਇਹ ਵੀ ਦਿੱਕਤ ਆਉਂਦੀ ਹੈ ਕਿ ਆਪਣੇ ਲੋਕ ਨਾ ਸਾਈਕੈਟ੍ਰਿਸਟ ਕੋਲ ਜਾਣ ਤੇ ਜਾਂ ਦਿਮਾਗੀ ਡਾਕਟਰਾਂ ਕੋਲ ਜਾਣ ਤੋਂ ਬਹੁਤ ਬਚਦੇ ਨੇ। ਉਹਨਾਂ ਨੂੰ ਲੱਗਦਾ ਲੋਕ ਇਹ ਤਾਂ ਸਾਨੂੰ ਪਾਗਲ ਨਾ ਸਮਝ ਲੈਣ। ਤੁਹਾਨੂੰ ਨਹੀਂ ਲੱਗਦਾ ਕਿ ਆਪਣੇ ਜੇਕਰ ਕੋਈ ਇਹੋ ਜਿਹੀ ਦਿੱਕਤ ਆਉਂਦੀ, ਸਾਨੂੰ ਤੁਰੰਤ ਦਿਮਾਗੀ ਡਾਕਟਰ ਨਾਲ ਕੰਸਰਨ ਕਰਨਾ ਚਾਹੀਦਾ? ਬਿਲਕੁਲ ਸਰ, ਬਿਲਕੁਲ ਸਹੀ ਹੈ। ਕਈ ਵਾਰੀ ਕੀ ਹੁੰਦਾ, ਦੇਖੋ ਜਿਹੜੇ ਸਾਈਕੈਟ੍ਰਿਸਟ ਆ ਜਾਂ ਸਾਈਕੋਲੋਜਿਸਟ ਆ ਨਾ ਸਰ, ਉਹਨਾਂ ਨੇ ਸਟੱਡੀ ਕੀਤੀ ਹੋਈ ਹੈ। ਤੁਹਾਨੂੰ ਜਿੱਦਾਂ ਆਪਾਂ ਕਹਿੰਦੇ ਨਾ ਕਿ ਦੇਖੋ ਕਿਸੇ ਨੂੰ ਮੋਟਾਪਾ ਹੋ ਗਿਆ, ਠੀਕ ਹੈ, ਤੇ ਅਸੀਂ ਜੋ ਮਰਜ਼ੀ ਕਰ ਲਈਏ, ਪਰ ਆਪਾਂ ਇੱਕ ਜਦੋਂ ਡਾਈਟੀਸ਼ੀਅਨ ਨਾਲ ਕੰਸਲਟ ਕਰਦੇ ਆ ਤਾਂ ਸਾਨੂੰ ਤਰੀਕੇ ਦੱਸਦੇ ਆ ਕਿ ਤੁਸੀਂ ਆਹ ਡਾਈਟ ਇਦਾਂ ਕਰਨੀ ਆ ਸਵੇਰੇ। ਇਸ ਤਰ੍ਹਾਂ ਹੀ ਸਰ ਜਿਹੜੇ ਸਾਈਕੋਲੋਜਿਸਟ ਦੀ ਸਟੱਡੀ ਹੈ ਜਾਂ ਜਿਹੜੇ ਸਾਈਕਾਇਟ੍ਰਿਸਟ ਹੈ, ਇਹਨਾਂ ਦੇ ਕੋਲ ਟ੍ਰਿਕਸ ਹੈਗੇ ਆ, ਇਹਨਾਂ ਕੋਲ ਤਰੀਕੇ ਹੈਗੇ ਆ ਤੁਹਾਡੇ ਮਾਈਂਡ ਨੂੰ ਈਜ਼ ਕਰਨ ਦੇ। ਉਹ ਤੁਹਾਨੂੰ ਤਰੀਕੇ, ਇੱਕ ਤਰੀਕਾ ਨਹੀਂ ਅਪਣਾਉਣਗੇ, ਨਹੀਂ ਵਰਕ ਕਰਦਾ, ਆਪਾਂ ਦੂਜਾ ਅਪਲਾਈ ਕਰ ਦਾਂਗੇ, ਦੂਜਾ ਨਹੀਂ ਕਰਦਾ ਤੀਸਰਾ ਅਪਲਾਈ ਕਰ ਦਾਂਗੇ, ਠੀਕ ਹੈ ਨਾ। ਦੇਖੋ ਐਂਡ 'ਚ ਸਾਡਾ ਮੇਨ ਮਕਸਦ ਹੈ ਅਚੀਵਮੈਂਟ ਲੈਣਾ, ਆਪਣੇ ਮੈਂਟਲ ਨੂੰ ਰੈਸਟ ਦੇਣਾ, ਠੀਕ ਹੈ। ਮੇਰੇ ਅਕੋਰਡਿੰਗ ਅਗਰ ਤੁਹਾਨੂੰ ਕਿਸੇ ਨੂੰ ਲੱਗਦਾ ਕਿ ਤੁਹਾਨੂੰ ਕੋਈ ਸਟ੍ਰੈਸ ਹੋ ਰਿਹਾ ਹੈ, ਆਪਣੀ ਫੈਮਿਲੀ ਨਾਲ ਕੰਸਲਟ ਕਰੋ। ਡਰ ਹੈ ਤਾਂ ਡਾਕਟਰ ਨਾਲ ਕੰਸਲਟ ਕਰੋ। ਡਰ ਆਪਣੇ ਅੰਦਰ ਦੀ ਗੱਲ ਕਿਸੇ ਦੇ ਨਾਲ ਸਾਂਝੀ ਜ਼ਰੂਰ ਸ਼ੇਅਰ ਕਰੋ, ਜ਼ਰੂਰ ਸ਼ੇਅਰ ਕਰਨੀ ਚਾਹੀਦੀ ਹੈ। ਵੀ ਸ਼ੇਅਰ ਕਰਨ ਨਾਲ ਤੁਹਾਡਾ ਇੱਕ ਆਪਣਾ ਮਨ ਹੌਲਾ ਹੁੰਦਾ ਹੈ। ਦੂਸਰਾ ਕਿ ਤੁਹਾਨੂੰ ਦੂਸਰੇ ਬੰਦੇ ਦੀ ਓਪੀਨੀਅਨ ਮਿਲ ਜਾਂਦੀ ਹੈ, ਠੀਕ ਹੈ ਨਾ। ਤੁਹਾਨੂੰ ਉਸ ਲਈ ਜ਼ਿਆਦਾ ਸਟ੍ਰੈਸ ਲੈਣ ਦੀ ਲੋੜ ਨਹੀਂ। ਸੋ ਦੋਸਤੋ, ਇਹ ਸਾਡਾ ਇਹ ਪ੍ਰੋਗਰਾਮ ਕਰਨ ਦਾ ਤੇ ਜਿਮੀ ਜੀ ਦੇ ਨਾਲ ਗੱਲਬਾਤ ਕਰਨ ਦਾ, ਇੰਟਰਵਿਊ ਕਰਨ ਦਾ, ਤੁਹਾਡੇ ਅੱਗੇ ਇਹਨਾਂ ਦੇ ਵਿਚਾਰ ਰੱਖਣ ਦਾ ਇੱਕੋ ਹੀ ਪਰਪਸ ਸੀਗਾ ਕਿ ਤੁਸੀਂ ਕਿਸੇ ਨਾ ਕਿਸੇ ਤਰੀਕੇ ਦੇ ਨਾਲ, ਚਾਹੇ ਵਿਦੇਸ਼ ਪੜ੍ਹਨ ਜਾਂਦੇ ਹੋ, ਵਿਦੇਸ਼ ਸੈਟਲ ਹੋਣ ਜਾਂਦੇ ਹੋ, ਚਾਹੇ ਤੁਸੀਂ ਇੰਡੀਆ 'ਚ ਰਹਿੰਦੇ ਹੋ, ਤੁਸੀਂ ਮੈਂਟਲ ਹੈਲਥ ਨੂੰ ਲੈ ਕੇ ਹੁਣ ਅਵੇਅਰ ਹੋ ਜਾਓ। ਨਿੱਕੀਆਂ ਗੱਲਾਂ ਨੂੰ ਲੈ ਕੇ, ਪਰਿਵਾਰਕ ਪਰੇਸ਼ਾਨੀਆਂ ਨੂੰ ਲੈ ਕੇ ਸੁਸਾਈਡ ਕਰਨਾ ਜਾਂ ਨਸ਼ਿਆਂ ਦੇ ਵਿੱਚ ਪੈਣਾ, ਇਹ ਕੋਈ ਹੱਲ ਨਹੀਂ ਹੈ। ਅੱਜ ਜਿੱਥੇ ਸਰੀਰਕ ਤੌਰ ਤੇ ਆਪਣੇ ਆਪ ਨੂੰ ਇਹ ਡਾਕਟਰਾਂ ਕੋਲ ਅਸੀਂ ਤੁਰੰਤ ਲੈ ਕੇ ਜਾਂਦੇ ਹਾਂ, ਸਾਡਾ ਢਿੱਡ ਦੁਖੇ ਅਸੀਂ ਤਾਂ ਡਾਕਟਰ ਕੋਲ ਭੱਜੇ ਜਾਂਦੇ ਹਾਂ, ਲੇਕਿਨ ਮੈਂਟਲ ਹੈਲਥ ਨੂੰ ਲੈ ਕੇ ਅਸੀਂ ਲਗਾਤਾਰ ਇਹ ਪਛੜਦੇ ਜਾ ਰਹੇ ਹਾਂ, ਕਿਉਂਕਿ ਸਾਡੇ ਨਾ ਤੇ ਚੰਗੇ ਸਾਨੂੰ ਮੈਂਟਲ ਹੈਲਥ ਦੇ ਡਾਕਟਰ ਮਿਲਦੇ ਨੇ, ਨਾ ਹੀ ਸਾਨੂੰ ਅਵੇਅਰਨੈਸ ਮਿਲਦੀ ਏ। ਸਾਡੀ ਅੱਜ ਦੀ ਇਹ ਇੰਟਰਵਿਊ ਦਾ ਇੱਕੋ ਹੀ ਪਰਪਸ ਸੀਗਾ ਕਿ ਤੁਸੀਂ ਮੈਂਟਲ ਹੈਲਥ ਨੂੰ ਲੈ ਕੇ ਵੀ ਅਵੇਅਰ ਹੋਵੋ ਅਤੇ ਆਪਣੇ ਦਿਮਾਗੀ ਤੌਰ ਤੇ ਪਰੇਸ਼ਾਨੀਆਂ ਨੂੰ ਦੂਰ ਕਰਨ ਦੇ ਲਈ, ਆਪਣੀ ਐਂਜ਼ਾਇਟੀ ਨੂੰ ਦੂਰ ਕਰਨ ਦੇ ਲਈ, ਆਪਣੀ ਡਿਪਰੈਸ਼ਨ ਨੂੰ ਦੂਰ ਕਰਨ ਦੇ ਲਈ ਕੋਈ ਨਾ ਕੋਈ ਐਸਾ ਹੀਲਾ ਵਰਤਦੇ ਰਹੋ ਤਾਂ ਕਿ ਤੁਸੀਂ ਤੰਦਰੁਸਤ ਦਿਮਾਗ ਅਤੇ ਤੰਦਰੁਸਤ ਸਰੀਰ ਦੇ ਮਾਲਕ ਬਣ ਸਕੋ। ਬੁਲੰਦ ਕੇਸਰੀ ਟੀਵੀ ਨਾਲ ਜੁੜਨ ਲਈ ਤੁਹਾਡਾ ਧੰਨਵਾਦ। ਸ਼ੁਕਰੀਆ ਜਿਮੀ ਜੀ। ਥੈਂਕ ਯੂ ਜੀ ਤੁਹਾਡਾ।